ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਤੁਹਾਡੇ ਲਈ ਪ੍ਰੈਕਟੀਕਲ ਟੈਸਟ ਦੀ ਐਪ ਤੋਂ ਇੱਕ ਆਪਾਂ ਹੋਰ ਟੈਸਟ ਲੈ ਕੇ ਆਏ ਹਾਂ। ਅਤੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਨਿੱਕੀ ਜਿਹੀ ਰਿਕੁਐਸਟ ਹੈ ਜੀ, ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਅਤੇ ਇਸ ਨਾਲ ਹੌਸਲਾ ਅਫਜ਼ਾਈ ਮਿਲਦੀ ਆ। ਅਤੇ ਚਲੋ ਜੀ, ਬਿਨਾਂ ਕਿਸੇ ਦੇਰੀ ਤੋਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਪਹਿਲਾ ਨੰਬਰ ਕੁਐਸਚਨ ਹੈ ਜੀ, ਵਾਟ ਇਜ਼ ਦਾ ਪ੍ਰਾਇਰਟੀ ਆਰਡਰ ਅਮੰਗ ਦੀਜ਼ ਟਾਈਪਸ ਆਫ ਸਾਇੰਸ। ਕਿ ਪ੍ਰਾਇਰਟੀ ਆਰਡਰ ਕਿ ਸਭ ਤੋਂ ਪਹਿਲਾਂ ਥੱਲੇ ਆਪਾਂ ਨੂੰ ਕੁਛ ਦਿੱਤੇ ਗਏ ਆ ਤਰੀਕੇ ਸਾਇਨਾਂ ਦੇ, ਔਰ ਕਿਹਾ ਗਿਆ ਕਿ ਉਹਨਾਂ ਦਾ ਪ੍ਰਾਇਰਟੀ ਆਰਡਰ ਕੀ ਹੈਗਾ ਵਾ। ਆਪਸ਼ਨ ਏ ਦੇ ਵਿੱਚ ਕਹਿ ਰਿਹਾ ਜੀ ਵਰਟੀਕਲ ਸਾਇੰਸ, ਟੈਂਪਰੇਰੀ ਸਾਇੰਸ ਐਂਡ ਰੋਡ ਮਾਰਕਿੰਗ। ਬੀ ਹੈ ਜੀ ਵਰਟੀਕਲ ਸਾਇੰਸ, ਰੋਡ ਮਾਰਕਿੰਗ ਐਂਡ ਟੈਂਪਰੇਰੀ ਸਾਇੰਸ। ਅਤੇ ਸੀ ਹੈਗਾ ਜੀ ਟੈਂਪਰੇਰੀ ਸਾਈਨੇਜ, ਵਰਟੀਕਲ ਸਾਇੰਸ ਐਂਡ ਰੋਡ ਮਾਰਕਿੰਗ। ਅਤੇ ਇਹਦਾ ਆਪਣੇ ਕੋਲ ਆਨਸਰ ਹੈ ਜੀ ਆਪਸ਼ਨ ਸੀ ਜੀ, ਕਿ ਸਭ ਤੋਂ ਪਹਿਲਾਂ ਟੈਂਪਰੇਰੀ ਸਾਈਨ ਹੈਗੇ ਆ ਉਹਨਾਂ ਦੀ ਪਹਿਲ ਆ, ਮਤਲਬ ਉਹਨਾਂ ਨੂੰ ਸਾਨੂੰ ਫੋਲੋ ਕਰਨਾ ਪਏਗਾ ਚਾਹੀਦਾ। ਫਿਰ ਹੈ ਜੀ ਵਰਟੀਕਲ ਸਾਇੰਸ। ਵਰਟੀਕਲ ਸਾਇੰਸ ਹੁੰਦੇ ਆ ਜੀ ਜਿਹੜੇ ਪੋਲ ਦੇ ਉੱਪਰ ਲੱਗੇ ਹੁੰਦੇ ਆ ਸਾਈਨ, ਨੋਰਮਲੀ ਆਪਾਂ ਦੇਖਦੇ ਹਾਂ ਰੋਡ ਦੇ ਉੱਪਰ। ਇੱਥੇ ਵੀ ਜਿਵੇਂ ਜਿਹੜੀ 20 ਦੀ ਸਪੀਡ ਲਿਖੀ ਆ, ਉਹ ਜਿਹੜਾ ਮਤਲਬ ਸਾਈਨ ਉਹ ਵਰਟੀਕਲ ਦੇ ਵਿੱਚ ਵਰਟੀਕਲ ਦੀ ਕੈਟਾਗਰੀ 'ਚ ਆਉਂਦਾ। ਅਤੇ ਐਂਡ ਰੋਡ ਮਾਰਕਿੰਗ, ਅਤੇ ਐਂਡ ਦੇ ਵਿੱਚ ਆਉਂਦੀਆਂ ਜੀ ਰੋਡ ਮਾਰਕਿੰਗ। ਜਿਵੇਂ ਇੱਥੇ ਥੱਲੇ 20 ਦੀ ਸਪੀਡ ਲਿਖੀ ਆ, ਉਹਨੂੰ ਅਸੀਂ ਸਭ ਤੋਂ ਐਂਡ ਦੇ ਵਿੱਚ ਰੱਖਣਾ ਹੈ। ਤਾਂ ਠੀਕ ਹੈ ਜੀ, ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 2 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਦਾ ਟ੍ਰੈਫਿਕ ਆਫਿਸਰ ਗਿਵਜ਼ ਸ਼ਾਰਟ ਐਂਡ ਫਰੀਕੁਐਂਟ ਵਿਸਲਸ। ਕਿ ਜਿਹੜਾ ਟ੍ਰੈਫਿਕ ਦਾ ਆਫਿਸਰ ਹੈ ਉਹ ਲਗਾਤਾਰ ਬਿਲਕੁਲ ਛੋਟੀਆਂ ਮਤਲਬ ਕਰਕੇ ਸੀਟੀਆਂ ਮਤਲਬ ਮਾਰ ਰਿਹਾ ਵਾ। ਦਿਸ ਮੀਨਸ ਦੈਟ ਦੇ ਆਰ ਆਰਡਰਿੰਗ ਯੂ ਟੂ। ਇਹਦਾ ਮਤਲਬ ਹੈ ਕਿ ਤੁਹਾਨੂੰ ਆਰਡਰ ਕਰ ਰਹੇ ਆ ਕਿ ਆਪਸ਼ਨ ਏ ਦੇ ਵਿੱਚ ਕਹਿ ਰਹੇ ਜੀ ਰਿਜ਼ਿਊਮ ਯੂਅਰ ਟਰੈਵਲ, ਬੀ ਹੈ ਜੀ ਸਟਾਪ, ਅਤੇ ਸੀ ਹੈ ਜੀ ਸਪੀਡ ਅਪ ਟੂ ਅਵਾਇਡ ਟ੍ਰੈਫਿਕ ਜੈਮਸ। ਅਤੇ ਇਹਦਾ ਆਪਣੇ ਕੋਲ ਆਨਸਰ ਹੈ ਜੀ ਆਪਸ਼ਨ ਬੀ ਵਾਲਾ ਜੀ, ਕਿ ਸਟਾਪ। ਉਹ ਆਫਿਸਰ ਤੁਹਾਨੂੰ ਇਹਨਾਂ ਸੀਟੀਆਂ ਨਾਲ ਰੋਕਣ ਲਈ ਕਹਿ ਰਿਹਾ ਜੀ। ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 3 ਨੰਬਰ ਕੁਐਸਚਨ ਹੈ ਜੀ ਆਪਣੇ ਕੋਲ, ਮਸਟ ਅ ਮੋਪੇਡ ਬੀ ਰਜਿਸਟਰਡ। ਕਿ ਜਿਹੜੀ ਇੱਕ ਮੋਪੇਡ ਆ ਉਹ ਰਜਿਸਟਰ ਹੋਣੀ ਜ਼ਰੂਰੀ ਹੈ। ਆਪਸ਼ਨ ਏ ਹੈ ਜੀ ਯੈਸ ਬਟ ਓਨਲੀ ਟੂ ਡਰਾਈਵ ਔਨ ਇੰਟਰ ਅਰਬਨ ਰੋਡਸ। ਬੀ ਹੈ ਜੀ ਯੈਸ ਇਟ ਇਜ਼ ਕੰਪਲਸਰੀ ਇਨ ਆਰਡਰ ਟੂ ਡਰਾਈਵ ਔਨ ਐਨੀ ਪਬਲਿਕ ਥਰੋਫੇਅਰ। ਅਤੇ ਸੀ ਹੈ ਜੀ ਨੋ ਦੈਟ ਇਜ਼ ਆਪਸ਼ਨਲ। ਅਤੇ ਇਹਦਾ ਆਪਣੇ ਕੋਲ ਆਨਸਰ ਹੈ ਜੀ ਆਪਸ਼ਨ ਬੀ ਜੀ, ਕਿ ਹਾਂ ਇਟ ਇਜ਼ ਕੰਪਲਸਰੀ, ਇਹ ਜ਼ਰੂਰੀ ਆ, ਇਨ ਆਰਡਰ ਟੂ ਡਰਾਈਵ ਔਨ ਐਨੀ ਪਬਲਿਕ ਥਰੋਫੇਅਰ, ਕਿ ਕਿਸੇ ਵੀ ਪਬਲਿਕ ਰੋਡ ਦੇ ਉੱਪਰ ਚਲਾਉਣ ਲਈ ਇਹ ਜ਼ਰੂਰੀ ਹੈ ਜੀ ਕਿ ਮੋਪੇਡ ਰਜਿਸਟਰਡ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 4 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਇਜ਼ ਇਟ ਇੰਪੋਰਟੈਂਟ ਫॉर ਡਰਾਈਵਰਸ ਐਂਡ ਪੈਸੇਂਜਰਸ ਆਫ ਮੋਟਰਸਾਈਕਲ। ਕੀ ਇਹ ਜ਼ਰੂਰੀ ਹੈ ਕਿ ਜਿਹੜੇ ਡਰਾਈਵਰ ਹੁੰਦੇ ਆ ਅਤੇ ਨਾਲ ਉਹਦੇ ਜਿਹੜੇ ਪੈਸੇਂਜਰ ਕੀ ਜਿਹੜਾ ਪਿੱਛੇ ਬੈਠਾ ਹੁੰਦਾ ਮੋਟਰਸਾਈਕਲ ਦੇ, ਟੂ ਵੀਅਰ ਐਪਰੋਪ੍ਰੀਏਟ ਕਲੋਥਿੰਗ, ਕਿ ਉਹਨਾਂ ਨੂੰ ਮਤਲਬ ਇੱਕ ਸਹੀ ਮਤਲਬ ਕੱਪੜੇ ਜਿਹੜੇ ਕਿ ਮੋਟਰਸਾਈਕਲ ਰਾਈਡਰਾਂ ਦੇ ਹੁੰਦੇ ਆ ਉਹ ਪਾਉਣੇ। ਕੀ ਇਹ ਜ਼ਰੂਰੀ ਆ? ਆਪਸ਼ਨ ਏ ਹੈ ਜੀ ਨੋ ਬਿਕੋਜ਼ ਇਟ ਡਜ਼ ਨਥਿੰਗ ਫॉर ਸੇਫਟੀ। ਬੀ ਹੈ ਜੀ ਨੋ ਇਟ ਡਜ਼ ਨਾਟ ਮੈਟਰ ਐਜ਼ ਲੌਂਗ ਐਜ਼ ਦੇ ਵੀਅਰ ਅ ਹੈਲਮਟ। ਅਤੇ ਸੀ ਹੈ ਜੀ ਯੈਸ ਇਟ ਇਜ਼ ਅਸੈਂਸ਼ੀਅਲ ਬਿਕੋਜ਼ ਦਾ ਬੋਡੀ ਇਜ਼ ਡਾਇਰੈਕਟਲੀ ਐਕਸਪੋਜ਼ ਟੂ ਵੈਦਰ। ਅਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਸੀ ਜੀ, ਕਿ ਹਾਂ ਇਟ ਇਜ਼ ਅਸੈਂਸ਼ੀਅਲ, ਕਿ ਇਹ ਜ਼ਰੂਰੀ ਆ, ਬਿਕੋਜ਼ ਕਿਉਂਕਿ ਦਾ ਬੋਡੀ ਇਜ਼ ਡਾਇਰੈਕਟਲੀ, ਕਿ ਜਿਹੜੀ ਆਪਣੀ ਬੋਡੀ ਹੈ ਉਹਨਾਂ ਦੀ ਸਿੱਧੇ ਤੌਰ 'ਤੇ ਐਕਸਪੋਜ਼ ਟੂ ਵੈਦਰ, ਸਿੱਧੇ ਤੌਰ 'ਤੇ ਵੈਦਰ ਦੇ ਨਾਲ ਕਨੈਕਟ ਕਰਦੀ ਹੈ, ਇਸ ਕਰਕੇ ਉਹਨਾਂ ਨੂੰ ਕਲੋਥਿੰਗ ਪਾਉਣੀ ਜ਼ਰੂਰੀ ਹੈ ਜੀ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਇੱਥੇ ਮੈਂ ਇੱਕ ਦੱਸਣਾ ਚਾਹਾਂਗਾ ਜੀ, ਜਦੋਂ ਸਾਨੂੰ ਟੈਸਟ ਆਏਗਾ, ਜਦੋਂ ਅਸੀਂ DGT ਦਾ ਟੈਸਟ ਦੇਣ ਜਾਵਾਂਗੇ ਤਾਂ ਉਦੋਂ ਕੀ ਹੋਏਗਾ ਕਿ ਇੱਦਾਂ ਤੁਹਾਨੂੰ ਜਿਵੇਂ ਇਸ ਫੋਟੋ 'ਚ ਕਲੀਅਰ ਹੀ ਸੀਗਾ ਕਿ ਉਹ ਬੰਦਿਆਂ ਨੇ ਕੱਪੜੇ ਪਾਏ ਹੋਏ ਆ, ਹੈ ਨਾ, ਆਪਣੇ ਮੋਟਰਸਾਈਕਲ ਵਾਲਿਆਂ ਜਿਹੜੇ ਪਾਉਂਦੇ ਆ, ਪਰ ਉੱਥੇ ਫੋਟੋ ਵਿੱਚ ਤੁਹਾਨੂੰ ਇੰਨਾ ਕਲੀਅਰ ਨਹੀਂ ਦਿੱਤਾ ਹੋਏਗਾ ਕਿ ਤੁਹਾਨੂੰ ਪਤਾ ਲੱਗ ਜੇ ਕਿ ਹਾਂ ਵੀ ਉਹਨਾਂ ਨੇ ਕੱਪੜੇ ਪਾਏ ਅਤੇ ਹਾਂ ਇਹਦਾ ਆਨਸਰ ਯੈਸ ਆ। ਇੱਦਾਂ ਹੀ ਬਾਕੀ ਮਤਲਬ ਕੁਐਸਚਨ ਦੇ ਨਾਲ ਵੀ ਹੋਏਗਾ। ਇਹ ਤੁਹਾਨੂੰ ਥੋੜ੍ਹਾ ਛੋਟਾ ਜਿਹਾ ਟਿਪ ਆ ਕਿ ਕਈ ਕੁਐਸਚਨ ਤੁਹਾਨੂੰ ਫੋਟੋ ਦੇਖ ਕੇ ਆਈਡੀਆ ਲੱਗ ਜਾਂਦਾ ਕਈ ਵਾਰੀ ਕਿ ਹਾਂ ਵੀ ਇਹਦਾ ਆਨਸਰ ਆ ਹੋਏਗਾ, ਲੇਕਿਨ
ਟੈਸਟ ਦੇ ਵਿੱਚ ਇੱਦਾਂ ਨਹੀਂ ਹੋਏਗਾ, ਉਹ ਫੋਟੋ ਜਾਂ ਤਾਂ ਦੇਣਗੇ ਹੀ ਨਹੀਂ ਜਾਂ ਫਿਰ ਕੋਈ ਹੋਰ ਅਲੱਗ ਫੋਟੋ ਪਾ ਦੇਣਗੇ ਤੁਹਾਡੇ ਲਈ, ਤੁਹਾਨੂੰ ਕਨਫਿਊਜ਼ ਕਰਨ ਦੇ ਲਈ। ਠੀਕ ਹੈ ਜੀ। ਅਤੇ ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 5 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਇਜ਼ ਇਟ ਕੰਪਲਸਰੀ ਟੂ ਕੈਰੀ ਆ ਫਾਇਰ ਐਕਸਟਿੰਗੁਇਸ਼ਰ ਇਨ ਆ ਮੋਟਰ ਕਾਰ। ਉਹ ਕਹਿ ਰਿਹਾ ਕਿ ਕੀ ਇਹ ਜ਼ਰੂਰੀ ਆ ਕੈਰੀ ਕਰਨਾ, ਇੱਕ ਲੈ ਕੇ ਚੱਲਣਾ ਫਾਇਰ ਐਕਸਟਿੰਗੁਇਸ਼ਰ ਹੁੰਦਾ ਅੱਗ ਬੁਝਾਊ ਯੰਤਰ, ਇਨ ਆ ਮੋਟਰ ਕਾਰ, ਇੱਕ ਨੋਰਮਲ ਜਿਹੜੀ ਕਾਰ ਉਹਦੇ ਵਿੱਚ, ਯੂਜ਼ਡ ਫॉर ਪ੍ਰਾਈਵੇਟ ਸਰਵਿਸ, ਜਿਹੜੀ ਕਿ ਪ੍ਰਾਈਵੇਟ ਸਰਵਿਸ ਮਤਲਬ ਕਿ ਘਰਾਂ ਵਿੱਚ ਜਿਹੜੀ ਆਪਾਂ ਵਰਤਦੇ ਹਾਂ, ਵੀ ਕਿਸੇ ਕੰਮ ਲਈ ਨਹੀਂ ਵਰਤ ਲਏ, ਸਿਰਫ ਆਪਣੇ ਘਰ ਦੇ ਲਈ ਵਰਤ ਲਏ ਹਾਂ, ਉਸ ਤਰ੍ਹਾਂ ਦੀ ਗੱਡੀ ਦੇ ਵਿੱਚ। ਆਪਸ਼ਨ ਏ ਹੈ ਜੀ ਨੋ, ਬੀ ਹੈ ਜੀ ਯੈਸ, ਸੀ ਹੈ ਜੀ ਯੈਸ ਵੈਨ ਕੈਰਿੰਗ ਮੋਰ ਦੈਨ 5 ਪਰਸਨ ਇਨਕਲੂਡਿੰਗ ਦਾ ਡਰਾਈਵਰ। ਅਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਏ ਜੀ, ਕਿ ਨਹੀਂ, ਸਾਨੂੰ ਅੱਗ ਬੁਝਾਊ ਯੰਤਰ ਦੀ ਕੋਈ ਲੋੜ ਨਹੀਂ ਹੈ ਇੱਕ ਨੋਰਮਲ ਗੱਡੀ ਦੇ ਵਿੱਚ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ। 6 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਦਾ ਕੰਡੀਸ਼ਨ ਆਫ ਦਾ ਵਹੀਕਲ ਅਫੈਕਟਸ, ਕਿ ਜਿਹੜੀ ਗੱਡੀ ਦੀ ਹਾਲਤ ਹੈ ਉਹਦਾ ਕੀ ਅਸਰ ਪੈਂਦਾ ਹੈ। ਆਪਸ਼ਨ ਏ ਦੇ ਵਿੱਚ ਕਹਿ ਰਿਹਾ ਜੀ ਰਿਐਕਸ਼ਨ ਟਾਈਮ, ਬੀ ਹੈ ਜੀ ਰਿਐਕਸ਼ਨ ਡਿਸਟੈਂਸ, ਅਤੇ ਸੀ ਹੈ ਜੀ ਬ੍ਰੇਕਿੰਗ ਡਿਸਟੈਂਸ। ਅਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਸੀ ਜੀ, ਬ੍ਰੇਕਿੰਗ ਡਿਸਟੈਂਸ, ਕਿ ਜਿਹੜੀ ਮਤਲਬ ਬ੍ਰੇਕਿੰਗ ਦੇ ਦੌਰਾਨ ਗੱਡੀ ਦੂਰੀ ਤੈਅ ਕਰੇਗੀ, ਉਸ 'ਤੇ ਅਸਰ ਪਏਗਾ ਵਹੀਕਲ ਦੀ ਕੰਡੀਸ਼ਨ ਦੇ ਕਰਕੇ ਜੀ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ। 7 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਦਾ ਗਰਾਊਂਡ ਇਜ਼ ਵੈਟ। ਗਰਾਊਂਡ ਮਤਲਬ ਸੜਕ ਜਾਂ ਮਤਲਬ ਕੋਈ ਵੀ ਰਾਹ, ਉਹ ਗਿੱਲਾ ਵਾ, ਐਂਡ ਯੂ ਆਰ ਫੋਰਸ ਟੂ ਬ੍ਰੇਕ ਇਨ ਐਨ ਐਮਰਜੈਂਸੀ, ਔਰ ਤੁਹਾਨੂੰ ਐਮਰਜੈਂਸੀ ਦੇ ਵਿੱਚ ਬ੍ਰੇਕ ਲਾਉਣੀ ਪੈ ਰਹੀ ਹੈ, ਮਜਬੂਰੀ ਦੇ ਵਿੱਚ। ਫੋਰਸਡ ਮਤਲਬ ਕਿ ਮਜਬੂਰੀ 'ਚ ਤੁਹਾਨੂੰ ਐਮਰਜੈਂਸੀ ਦੇ ਵਿੱਚ ਬ੍ਰੇਕ ਲਾਉਣੀ ਪੈ ਰਹੀ ਹੈ। ਵਾਟ ਡੇਂਜਰ ਇਜ਼ ਦੇਅਰ, ਤਾਂ ਉੱਥੇ ਕੀ ਖਤਰਾ ਹੋ ਸਕਦਾ ਹੈ। ਆਪਸ਼ਨ ਏ ਹੈ ਜੀ ਦੈਟ ਦਾ ਵਹੀਲਸ ਗੈਟ ਵੋਰਨ ਡਾਊਨ, ਬੀ ਹੈ ਜੀ ਦੇਅਰ ਇਜ਼ ਨੋ ਡੇਂਜਰ, ਅਤੇ ਸੀ ਹੈ ਜੀ ਦੈਟ ਦਾ ਵਹੀਲਸ ਲੌਕ ਐਂਡ ਦਾ ਵਹੀਕਲ ਸਕਿਡਸ। ਅਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਸੀ ਜੀ, ਕਿ ਦੈਟ ਦਾ ਵਹੀਲਸ ਲੌਕ, ਕਿ ਮਤਲਬ ਜਿਹੜੇ ਚੱਕੇ ਆ ਉਹ ਲੌਕ ਹੋ ਜਾਣਗੇ, ਮਤਲਬ ਇੱਕਦਮ ਜਾਮ ਹੋ ਜਾਣਗੇ, ਐਂਡ ਦਾ ਵਹੀਕਲ ਸਕਿਡਸ, ਅਤੇ ਜਿਹੜਾ ਵਹੀਕਲ ਮਤਲਬ ਗੱਡੀ ਹੈ ਤੁਹਾਡੀ ਉਹ ਸਕਿਡ ਕਰ ਜਾਏਗੀ, ਤਿਲਕ ਜਾਵੇਗੀ ਜੀ, ਜਾਂ ਉਸ ਚੀਜ਼ ਦਾ ਖਤਰਾ ਹੋ ਸਕਦਾ ਹੈ ਤਿਲਕਣ ਦਾ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ। 8 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਆਫਟਰ ਡਰਾਈਵਿੰਗ ਥਰੂ ਅ ਪਡਲ, ਕਿ ਤੁਸੀਂ ਡਰਾਈਵ ਕਰਕੇ ਨਿਕਲਿਓ ਪਡਲ ਦੇ ਵਿੱਚੋਂ। ਪਡਲ ਦਾ ਮਤਲਬ ਹੈ ਜੀ ਜਿਵੇਂ ਸੜਕ ਦੇ ਉੱਪਰ ਪਾਣੀ ਖੜਾ ਹੋਵੇ, ਮਤਲਬ ਚਾਹੇ ਉਹ ਕਈ ਵਾਰੀ ਨੀਵੀਂ ਸੜਕ ਹੁੰਦੀ ਹੈ ਤਾਂ ਉੱਥੇ ਪਾਣੀ ਖੜ੍ਹ ਜਾਂਦਾ, ਜਾਂ ਫਿਰ ਕਿਸੇ ਟੋਏ ਦੇ ਵਿੱਚ ਪਾਣੀ ਖੜਾ ਹੋਵੇ, ਇੱਦਾਂ ਦੀ ਤੁਸੀਂ ਜਗ੍ਹਾ ਤੋਂ ਨਿਕਲੇ ਹੋ। ਵਾਟ ਸ਼ੁੱਡ ਬੀ ਚੈੱਕਡ ਫਸਟ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕੀ ਚੈੱਕ ਕਰਨਾ ਚਾਹੀਦਾ ਜੀ। ਆਪਸ਼ਨ ਏ ਹੈ ਜੀ ਦਾ ਬ੍ਰੇਕ ਫੰਕਸ਼ਨ, ਬੀ ਹੈ ਜੀ ਦਾ ਸਟੀਅਰਿੰਗ ਫੰਕਸ਼ਨ, ਅਤੇ ਸੀ ਹੈ ਜੀ ਦਾ ਫੰਕਸ਼ਨਿੰਗ ਆਫ ਦਾ ਸ਼ੌਕ ਐਬਜ਼ੋਰਬਰ। ਅਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਏ ਜੀ, ਕਿ ਸਾਨੂੰ ਬ੍ਰੇਕਾਂ ਸਹੀ ਤਰੀਕੇ ਨਾਲ ਕੰਮ ਕਰ ਰਹੀਆਂ, ਸਹੀ ਤਰੀਕੇ ਨਾਲ ਫੰਕਸ਼ਨ ਕਰ ਰਹੀਆਂ, ਉਹ ਚੈੱਕ ਕਰਨਾ ਚਾਹੀਦਾ ਹੈ ਜਦੋਂ ਅਸੀਂ ਇੱਦਾਂ ਦੀ ਜਗ੍ਹਾ ਤੋਂ ਨਿਕਲਦੇ ਹਾਂ ਜੀ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 9 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਵਾਟ ਇਜ਼ ਦਾ ਸਪੀਡ ਲਿਮਿਟ ਔਨ ਆ ਕ੍ਰਾਸ ਟਾਊਨ ਰੋਡ, ਕਿ ਸਪੀਡ ਦੀ ਕੀ ਲਿਮਿਟ ਹੋਏਗੀ। ਇੱਕ ਕ੍ਰਾਸ ਟਾਊਨ ਰੋਡ ਹੁੰਦਾ ਜਿਹੜਾ ਸ਼ਹਿਰ ਦੇ ਵਿੱਚੋਂ ਨਿਕਲ ਰਿਹਾ ਜੀ, ਆਪਾਂ ਸ਼ਹਿਰ ਨੂੰ ਕ੍ਰਾਸ ਕਰਦੇ ਹੋਏ ਜਿਹੜੇ ਰੋਡ ਤੋਂ ਨਿਕਲਾਂਗੇ ਉਹਨੂੰ ਕ੍ਰਾਸ ਟਾਊਨ ਰੋਡ ਬੋਲਦੇ ਆ ਜੀ। ਇਫ ਇਟ ਡਜ਼ ਨਾਟ ਹੈਵ ਐਨੀ ਸਪੀਡ ਸਾਈਨ, ਅਗਰ ਉੱਥੇ ਕੋਈ ਸਪੀਡ ਦਾ ਸਾਈਨ ਨਹੀਂ ਲੱਗਾ ਹੋਇਆ। ਠੀਕ ਹੈ ਜੀ, ਆਪਸ਼ਨ ਏ ਹੈ ਜੀ 60 ਕਿਲੋਮੀਟਰ ਪਰ ਆਰ, ਬੀ ਹੈ ਜੀ 40 ਕਿਲੋਮੀਟਰ ਪਰ ਆਰ, ਅਤੇ ਸੀ ਹੈ ਜੀ 50 ਕਿਲੋਮੀਟਰ ਪਰ ਆਰ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ 50 ਦੀ ਸਪੀਡ 'ਤੇ ਅਸੀਂ ਇੱਦਾਂ ਦੇ ਰਾਹ 'ਤੇ ਚੱਲਾਂਗੇ ਜਿੱਥੇ ਕੋਈ ਸਾਈਨ ਨਾ ਲੱਗਾ ਹੋਵੇ, ਅਤੇ ਰੋਡ ਹੈ ਜਿਹੜਾ ਉਹ ਸ਼ਹਿਰ ਦੇ ਵਿੱਚੋਂ ਨਿਕਲਿਆ ਹੋਵੇ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 10 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਕੈਨ ਯੂ ਡਰਾਈਵ ਅ ਕਾਰ ਐਟ ਮੋਰ ਦੈਨ 100 ਕਿਲੋਮੀਟਰ ਪਰ ਆਰ,
ਕਿ ਕੀ ਤੁਸੀਂ ਜਿਹੜੀ ਇੱਕ ਕਾਰ ਆ ਉਹਨੂੰ 100 ਦੀ ਸਪੀਡ ਤੋਂ ਵੱਧ ਤੇ ਚਲਾ ਸਕਦੇ ਹੋ ਇਨ ਦਿਸ ਸੈਕਸ਼ਨ, ਮਤਲਬ ਕਿ ਜਿਹੜਾ ਸੈਕਸ਼ਨ ਹੈਗਾ ਵਾ ਰੋਡ ਦਾ, ਇੱਥੇ ਜੀ ਜਿਹੜਾ ਹਿੱਸਾ ਹੈਗਾ ਵਾ। ਆਪਸ਼ਨ ਏ ਹੈ ਜੀ ਯੈਸ ਬਿਕੋਜ਼ ਆਈ ਕੈਨ ਐਕਸੀਡ ਦਾ ਸਪੀਡ ਲਿਮਿਟ ਬਾਈ 20 ਕਿਲੋਮੀਟਰ ਪਰ ਆਵਰ ਟੂ ਓਵਰਟੇਕ। ਬੀ ਹੈ ਜੀ ਨੋ ਬਿਕੋਜ਼ ਦਾ ਸਾਈਨ ਫੋਰਬਿਡ ਇਟ। ਸੀ ਹੈ ਜੀ ਯੈਸ ਵੈਨ ਦੇਰ ਆਰ ਨਾਟ ਮੈਨੀ ਵਹੀਕਲ ਜੀ। ਅਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਬੀ ਜੀ, ਕਿ ਨਹੀਂ, ਕਿਉਂਕਿ ਜਿਹੜਾ ਸਾਈਨ ਹੈ ਉਹ ਸਾਨੂੰ ਮਨਾ ਕਰਦਾ 100 ਦੀ ਸਪੀਡ ਤੋਂ ਉੱਪਰ ਜਾਣ ਲਈ। ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 11 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਇਜ਼ ਦਾ ਵਾਈਟ ਕਾਰ ਓਵਰਟੇਕਿੰਗ ਕਰੈਕਟਲੀ। ਕਿ ਜਿਹੜੀ ਅਸੀਂ ਫੋਟੋ 'ਚ ਚਿੱਟੇ ਰੰਗ ਦੀ ਕਾਰ ਦੇਖ ਰਹੇ ਹਾਂ ਖੱਬੇ ਹੱਥ, ਉਹ ਓਵਰਟੇਕ ਸਹੀ ਕਰ ਰਹੀ ਆ। ਆਪਸ਼ਨ ਏ ਹੈ ਜੀ ਨੋ ਅਤੇ ਬੀ ਹੈ ਜੀ ਯੈਸ। ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਏ ਜੀ, ਕਿ ਨਹੀਂ, ਕਿਉਂਕਿ ਉਹਦੇ ਤੋਂ ਦੂਜੇ ਪਾਸਿਓਂ ਲਾਲ ਰੰਗ ਦੀ ਗੱਡੀ ਬਹੁਤ ਹੀ ਨੇੜੇ ਆ ਰਹੀ ਆ, ਇਸ ਕਰਕੇ ਉਹ ਸਹੀ ਥਾਂ 'ਤੇ ਓਵਰਟੇਕ ਨਹੀਂ ਕਰ ਰਿਹਾ ਜੀ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 12 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਇਨ ਆ ਬੱਸ ਲੇਨ। ਕਿ ਇੱਕ ਬੱਸ ਦੀ ਲੇਨ ਵਿੱਚ ਕੈਨ ਪੈਸੇਂਜਰ ਕਾਰਜ਼ ਮੇਕ ਆ ਸਟਾਪ। ਕਿ ਜਿਹੜੀਆਂ ਮਤਲਬ ਨੋਰਮਲ ਕਾਰਾਂ ਹੁੰਦੀਆਂ, ਪੈਸੇਂਜਰ ਕਾਰਾਂ, ਉਹ ਸਟੋਪ ਕਰ ਸਕਦੀਆਂ ਵਾ, ਰੁਕ ਸਕਦੀਆਂ ਵਾ। ਆਪਸ਼ਨ ਏ ਹੈ ਜੀ ਨੋ, ਬੀ ਹੈ ਜੀ ਯੈਸ ਆਲਵੇਜ਼, ਅਤੇ ਸੀ ਹੈ ਜੀ ਯੈਸ ਐਜ਼ ਲੌਂਗ ਐਜ਼ ਦੇ ਡੂ ਨਾਟ ਇੰਪੇਡ ਦਾ ਪੈਸੇਜ ਆਫ ਬੱਸਿਸ ਐਂਡ ਟੈਕਸੀਜ਼। ਅਤੇ ਇਹਦਾ ਆਨਸਰ ਹੈ ਜੀ ਆਪਸ਼ਨ ਏ ਜੀ, ਕਿ ਨਹੀਂ, ਉਹ ਨਹੀਂ ਰੁਕ ਸਕਦੇ। ਨੋਰਮਲ ਤੌਰ 'ਤੇ ਆਪਾਂ ਦੇਖਿਆ ਵਾ ਕਿ ਲੋਕ ਰੋਕ ਲੈਂਦੇ ਆ ਥੋੜ੍ਹੀ ਦੇਰ ਲਈ, ਕਿ ਚਲੋ ਇੱਕ ਅੱਧਾ ਮਿੰਟ ਲੱਗਣਾ ਵਾ, ਕਿਸੇ ਨੂੰ ਉਤਾਰਨਾ ਵਾ, ਕਿਸੇ ਨੂੰ ਬੱਸ ਸਟੋਪ ਤੋਂ ਚੜਾਉਣਾ ਵਾ, ਬਟ ਬਾਈ ਲਾਅ ਆਪਾਂ ਇੱਦਾਂ ਨਹੀਂ ਕਰ ਸਕਦੇ। ਆਪਾਂ ਉੱਥੇ ਨਹੀਂ ਰੋਕ ਸਕਦੇ ਜੀ ਬੱਸ ਲੇਨ ਦੇ ਵਿੱਚ ਕਾਰ ਨੂੰ ਜੀ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 13 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਅਕੋਰਡਿੰਗ ਟੂ ਸਟੈਟਿਕਸ। ਕਿ ਜਿਹੜੇ ਮਤਲਬ ਸਰਵੇ ਹੁੰਦੇ ਆ, ਸਟੈਟਿਕਸ ਹੁੰਦੇ ਆ, ਉਹਦੇ ਅਕੋਰਡਿੰਗ ਵਾਟ ਫੈਕਟਰ ਕਾਜ਼ਜ਼ ਮੋਸਟ ਐਕਸੀਡੈਂਟ। ਕਿ ਜਿਹੜੇ ਐਕਸੀਡੈਂਟ ਹੁੰਦੇ ਆ ਉਹਨਾਂ ਦਾ ਸਭ ਤੋਂ ਵੱਧ ਕਾਰਨ ਕੀ ਹੈ ਜੀ। ਆਪਸ਼ਨ ਏ ਹੈ ਜੀ ਦਾ ਵਹੀਕਲ, ਬੀ ਹੈ ਜੀ ਦਾ ਕੰਡੀਸ਼ਨ ਆਫ ਦਾ ਰੋਡ, ਅਤੇ ਸੀ ਹੈ ਜੀ ਦਾ ਡਰਾਈਵਰਸ। ਅਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਸੀ ਜੀ, ਕਿ ਸਭ ਤੋਂ ਵੱਧ ਜਿਹੜਾ ਹੈਗਾ ਵਾ ਕਾਰਨ ਬਣਦੇ ਆ ਡਰਾਈਵਰ, ਜਿਹੜਾ ਵੀ ਗੱਡੀ ਨੂੰ ਚਲਾ ਰਿਹਾ ਵਾ, ਉਹ ਐਕਸੀਡੈਂਟ ਦਾ ਕਾਰਨ ਬਣਦੇ ਆ ਜੀ। ਠੀਕ ਹੈ ਜੀ, ਇਹ ਇਹਨਾਂ ਦੇ ਸਰਵੇ 'ਚ ਨਿਕਲ ਕੇ ਆਈ ਇਹ ਗੱਲ। ਠੀਕ ਹੈ ਜੀ, ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 14 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਮੋਸਟ ਐਕਸੀਡੈਂਟਸ ਆਰ। ਕਿ ਜ਼ਿਆਦਾਤਰ ਜਿਹੜੇ ਐਕਸੀਡੈਂਟ ਆ ਉਹ ਉਹਨਾਂ ਬਾਰੇ ਗੱਲ ਕੀਤੀ ਗਈ ਆ। ਕਿ ਆਪਸ਼ਨ ਏ ਦੇ ਵਿੱਚ ਕਹਿ ਰਿਹਾ ਜੀ ਇਨਐਵਿਟੇਬਲ ਈਵਨ ਇਫ ਰਿਸਕ ਫੈਕਟਰਸ ਆਰ ਪ੍ਰੀਵੈਂਟਡ। ਬੀ ਹੈ ਜੀ ਅਵੋਇਡੇਬਲ, ਅਤੇ ਸੀ ਹੈ ਜੀ ਬੀ ਹੈ ਜੀ ਅਵੋਇਡੇਬਲ ਇਫ ਰਿਸਕ ਫੈਕਟਰਸ ਆਰ ਪ੍ਰੀਵੈਂਟਡ, ਅਤੇ ਸੀ ਹੈ ਜੀ ਇਨਐਵਿਟੇਬਲ ਬਿਕੋਜ਼ ਦੇਰ ਇਜ਼ ਆਲਵੇਜ਼ ਦਾ ਹਿਊਮਨ ਫੈਕਟਰ। ਅਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਬੀ ਜੀ, ਕਿ ਜ਼ਿਆਦਾਤਰ ਐਕਸੀਡੈਂਟ ਹੈ ਜਿਹੜੇ ਅਵੋਇਡੇਬਲ ਆ, ਮਤਲਬ ਅਵੋਇਡ ਕੀਤੇ ਜਾ ਸਕਦੇ, ਬਚਿਆ ਜਾ ਸਕਦਾ ਉਹਨਾਂ ਤੋਂ। ਇਫ ਰਿਸਕ ਫੈਕਟਰਸ ਆਰ ਪ੍ਰੀਵੈਂਟਡ, ਅਗਰ ਅਸੀਂ ਜਿਹੜੇ ਰਿਸਕ ਦੇ ਜਿਹੜੇ ਮਤਲਬ ਕਾਰਨ ਹੈਗੇ ਆ ਉਹਨਾਂ ਤੋਂ ਬਚੀਏ ਜੀ, ਕਿ ਜਿੰਨਾ ਇੱਦਾਂ ਦੇ ਹਾਲਾਤਾਂ ਤੋਂ ਬਚੀਏ ਜਿਨ੍ਹਾਂ ਨਾਲ ਰਿਸਕ ਪੈਦਾ ਹੋ ਸਕਦਾ ਵਾ ਐਕਸੀਡੈਂਟ ਦਾ, ਤਾਂ ਅਸੀਂ ਬਹੁਤੇ ਐਕਸੀਡੈਂਟਾਂ ਤੋਂ ਬਚ ਸਕਦੇ ਹਾਂ ਜੀ। ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 15 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਵੈਨ ਮੇ ਟ੍ਰੈਫਿਕ ਆਫਿਸਰਸ ਇਮੋਬਲਾਈਜ਼ ਆ ਮੋਟਰਸਾਈਕਲ। ਕਿ ਜਿਹੜੇ ਟ੍ਰੈਫਿਕ ਆਫਿਸਰ ਆ ਕਦੋਂ ਇਮੋਬਲਾਈਜ਼ ਮਤਲਬ ਆਪਣਾ ਉਹਨੂੰ ਮਤਲਬ ਚੱਲਣ ਤੋਂ ਰੋਕ ਸਕਦੇ ਆ, ਜਾਂ ਉਹਨੂੰ ਕਹਿ ਲਓ ਕਿ ਆਪਣਾ ਬੈਨ ਕਰ ਸਕਦੇ ਆ ਇੱਕ ਮੋਟਰਸਾਈਕਲ ਨੂੰ ਜਾਣ ਤੋਂ। ਆਪਸ਼ਨ ਏ ਦੇ ਵਿੱਚ ਕਹਿ ਰਿਹਾ ਜੀ ਇਫ ਦਾ ਰਾਈਡਰ ਇਜ਼ ਨਾਟ ਵੀਅਰਿੰਗ ਆ ਕ੍ਰੈਸ਼ ਹੈਲਮਟ। ਬੀ ਹੈ ਜੀ ਓਨਲੀ ਵੈਨ ਦਿਸ ਪੈਸੇਂਜਰ ਇਜ਼ ਨਾਟ ਵੀਅਰਿੰਗ ਆ ਕ੍ਰੈਸ਼ ਹੈਲਮਟ, ਅਤੇ ਸੀ ਹੈ ਜੀ ਨੈਵਰ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਇਫ ਦਾ ਰਾਈਡਰ ਮਤਲਬ ਕਿ ਜਿਹੜਾ ਮੋਟਰਸਾਈਕਲ ਚਲਾ ਰਿਹਾ ਵਾ ਇਜ਼ ਨਾਟ ਵੀਅਰਿੰਗ, ਨਹੀਂ ਪਾਇਆ ਹੋਇਆ ਉਹਨੇ ਆ ਕ੍ਰੈਸ਼ ਹੈਲਮਟ, ਕਿ ਇੱਕ ਉਹਨੇ ਹੈਲਮਟ ਨਹੀਂ ਪਾਇਆ ਹੋਇਆ,
ਤਾਂ ਜਿਹੜਾ ਆਫੀਸਰ ਆ ਮੋਟਰਸਾਈਕਲ ਨੂੰ ਅੱਗੇ ਜਾਣ ਤੋਂ ਰੋਕ ਸਕਦਾ ਹੈ ਜੀ। ਤਾਂ ਇਸ ਦੇ ਨਾਲ ਹੀ ਆਪਣੇ 15 ਕੁਐਸਚਨ ਇੱਥੇ ਪੂਰੇ ਹੋ ਗਏ ਆ ਜੀ। ਬਾਕੀ ਦੇ 15 ਕੁਐਸਚਨ ਆਪਾਂ ਨੈਕਸਟ ਵੀਡੀਓ 'ਚ ਕਵਰ ਕਰਾਂਗੇ ਜੀ। ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ। ਸਤਿ ਸ਼੍ਰੀ ਅਕਾਲ ਜੀ।